ਆਓ ਅਸੀਂ ਅੱਜ ਦੇ ਪਵਿੱਤਰ ਵਚਨ ਨੂੰ ਸੁਣਦੇ ਹਾਂ। Come, let us listen today's word. ਜਿਹੜਾ ਇੱਕ ਬਹੁਤ ਹੀ ਸਾਨੂੰ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਨਾਲ ਜੋੜਨ ਦਾ ਕੰਮ ਕਰਦਾ ਹੈ। Which works in a great way to bind us and to connect us with the word. ਅਤੇ ਜਦੋਂ ਅਸੀਂ ਇਸ ਵਚਨ ਨੂੰ ਪੂਰੇ ਧਿਆਨ ਪੂਰਵਕ ਇਸ ਦੇ ਉੱਤੇ ਮਨਨ ਕਰਾਂਗੇ, and as we meditate with attention upon word of God, ਤਾਂ ਅਸੀਂ ਦੇਖਾਂਗੇ ਕਿ ਅੱਜ ਦਾ ਜਿਹੜਾ ਕਲਾਮ ਹੈ ਉਹ ਮੇਰੀ ਜ਼ਿੰਦਗੀ ਦੇ ਲਈ ਕੀ ਕਹਿਣਾ ਚਾਹੁੰਦਾ ਹੈ। and we shall see what today's word wants to tell for me. ਅਤੇ ਅੱਜ ਦੇ ਕਲਾਮ ਦਾ ਜਿਹੜਾ ਟੌਪਿਕ ਆ ਉਹ ਇਹ ਹੈ, and the topic for today's word is ਆਪਣੇ ਵਿਸ਼ਵਾਸ ਨੂੰ ਕਦੇ ਵੀ ਖਤਮ ਨਾ ਹੋਣ ਦਿਓ। do not let your faith be finished. ਅਤੇ ਬਹੁਤ ਵਾਰੀ ਇਦਾਂ ਦਾ ਆਉਂਦਾ ਹੈ, ਇੱਕ ਸਮਾਂ ਇਦਾਂ ਦਾ ਆ ਜਾਂਦਾ ਹੈ, ਅਸੀਂ ਆਪਣੇ ਵਿਸ਼ਵਾਸ ਦੇ ਵਿੱਚ ਕਮਜ਼ੋਰ ਪੈ ਜਾਂਦੇ ਹਾਂ। and there are the times that comes when we get weak in our faith. ਅਸੀਂ ਆਪਣੇ ਵਿਸ਼ਵਾਸ ਨੂੰ ਖੋ ਬੈਠਦੇ ਹਾਂ। and we just get off the faith that we have. ਪਰ ਪਰਮੇਸ਼ਵਰ ਦਾ ਵਚਨ ਸਾਨੂੰ ਇਹ ਦੱਸਦਾ ਹੈ ਕਿ ਤੁਸੀਂ ਆਪਣੇ ਵਿਸ਼ਵਾਸ ਨੂੰ ਕਦੇ ਵੀ ਗਵਾਉਣਾ ਨਾ। but the word of God says, do not let thy faith be stolen. ਪਰਮੇਸ਼ਵਰ ਦਾ ਜਿਹੜਾ ਵਚਨ ਹੈ ਉਹ ਸਾਨੂੰ ਇਹ ਅੱਜ ਦੱਸਣਾ ਚਾਹੁੰਦਾ ਹੈ। the word of God tells us today, ਪਵਿੱਤਰ ਬਾਈਬਲ ਦਾ ਇਹ ਫਰਮਾਨ ਹੈ, and this is the command which is from the Holy Bible. ਆਪਣੇ ਵਿਸ਼ਵਾਸ ਨੂੰ ਕਦੇ ਵੀ ਖਤਮ ਨਹੀਂ ਹੋਣ ਦੇਣਾ ਆਪਾਂ। do not let your faith be perished. ਅਸੀਂ ਕਈ ਵਾਰੀ ਡਿਸਟਰਬ ਹੋ ਸਕਦੇ ਹਾਂ, we might be disturbed at some time, ਅਸੀਂ ਕਈ ਵਾਰੀ ਉਦਾਸ ਹੋ ਸਕਦੇ ਹਾਂ, and we might be saddened sometimes. ਅਸੀਂ ਕਈ ਵਾਰੀ ਆਪਣੀ ਪਦਵੀ ਤੋਂ ਪਿੱਛੇ ਹੋ ਸਕਦੇ ਹਾਂ, we might be away or backslide from what we have. ਅਸੀਂ ਕਈ ਵਾਰੀ ਉਸ ਜਿੱਤ ਨੂੰ ਨਹੀਂ ਪਾ ਸਕਦੇ ਜਿਸ ਦੇ ਜਿੱਤ ਨੂੰ ਅਸੀਂ ਸੰਘਰਸ਼ ਕਰਦੇ ਹਾਂ। and sometimes we are unable to win for the one that we have fought for. ਹਾਲਾਤ ਕੋਈ ਵੀ ਹੋਣ, ਪਰਮੇਸ਼ਵਰ ਦਾ ਵਚਨ ਅੱਜ ਸਾਨੂੰ ਇਹ ਦੱਸਦਾ ਹੈ, situations may be different but the word of God tells us, ਬਸ ਆਪਣੇ ਵਿਸ਼ਵਾਸ ਨੂੰ ਕਦੇ ਵੀ ਖਤਮ ਨਾ ਹੋਣ ਦਿਓ। do not let your faith be finished. ਇਬਰਾਨੀਆਂ 10:35 ਦੇ ਵਿੱਚ ਜਾ ਕੇ ਅਸੀਂ ਪਹਿਲਾਂ ਖੁਦਾ ਦਾ ਵਚਨ ਨੂੰ ਪੜ੍ਹਦੇ ਹਾਂ। Hebrews 10:35 we will go and read it. ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਹੈ? what does the word of God say? ਇੱਥੇ ਸਾਨੂੰ ਇਸ ਤਰ੍ਹਾਂ ਦੱਸਦਾ ਹੈ ਕਿ ਤੁਸੀਂ ਆਪਣੇ ਭਰੋਸੇ ਨੂੰ ਐਵੇਂ ਖਤਮ ਨਾ ਕਰ ਦਿਓ। over here it tells us to do not lose the faith that you have just like that. ਜਿਹੜਾ ਤੁਹਾਡਾ ਭਰੋਸਾ ਹੈ ਉਸ ਨੂੰ ਖਤਮ ਨਹੀਂ ਹੋਣ ਦੇਣਾ। do not let thy faith or belief be finished. ਕਿਉਂਕਿ ਜਿਹੜਾ ਭਰੋਸਾ ਆ ਇਹਦੇ ਵਿੱਚ ਇੱਕ ਬਹੁਤ ਵੱਡਾ ਫਲ ਹੈ। for there is a fruit that is in the hopes that we have. ਪਰ ਉਹ ਜਿਹੜਾ ਫਰੂਟ ਹੈ, ਜਿਹੜਾ ਫਲ ਹੈ, ਉਹ ਵਿਸ਼ਵਾਸ ਤੋਂ ਬਿਨਾ ਨਹੀਂਗਾ। and that fruit doesn't come without the faith. ਇੱਕ ਵੱਡਾ ਫਲ ਹੈ ਜਿਹੜਾ ਸਾਨੂੰ ਵਿਸ਼ਵਾਸ ਦੇ ਨਾਲ ਮਿਲਦਾ ਹੈ। and there is a great fruit or can say reward that we have by faith. ਔਰ ਪਰਮੇਸ਼ਵਰ ਦਾ ਵਚਨ ਸਾਨੂੰ ਅੱਜ ਦੱਸਣਾ ਚਾਹੁੰਦਾ ਹੈ and the word of God wants to tell us today ਕਿ ਉਹ ਜਿਹੜਾ ਭਰੋਸਾ ਆ ਉਸ ਨੂੰ ਕਿਸੇ ਵੀ ਹਾਲਤਾਂ ਦੇ ਵਿੱਚ, ਸਿਚੁਏਸ਼ਨਾਂ ਦੇ ਵਿੱਚ ਖਤਮ ਨਹੀਂ ਹੋਣ ਦੇਣਾ। do not let that hope we finish in any sort of situation. ਕਿਉਂਕਿ ਇਸ ਦੇ ਨਾਲ ਇੱਕ ਉਹ ਕਹਿੰਦਾ ਫਲ ਹੈ, ਪਰ ਵੱਡਾ ਫਲ ਹੈ। and over here he says there is a great reward connected with it. ਅਤੇ ਉਹ ਜਿਹੜਾ ਫਲ ਹੈ ਉਹ ਕੀ ਹੈ? what is that reward all about? ਉਹ ਸੰਸਾਰ ਦੇ ਵਿੱਚ ਜਿਹੜੇ ਅਸੀਂ ਫਰੂਟ ਖਾਂਦੇ ਹਾਂ ਉਹਦੇ ਨਾਲੋਂ ਬਹੁਤ ਹਟ ਕੇ ਹੈ। and the fruits that we eat in the world is some sort of a different one. ਇੱਥੇ ਫਲ ਦਾ ਮਤਲਬ ਹੈ ਕਿ ਪਰਮੇਸ਼ਵਰ ਸਾਨੂੰ ਕੋਈ ਗਿਫਟ ਦੇਣਾ ਲੱਗਾ ਹੈ। and the fruit means God is about to give us a gift. ਪਰਮੇਸ਼ਵਰ ਨੇ ਸਾਨੂੰ ਇੱਥੇ ਇੱਕ ਗਿਫਟ ਦੇਣੀ ਹੈ। God ought to give us a gift. ਅਤੇ ਉਹ ਅਸੀਂ ਇਦਾਂ ਕਹਿ ਸਕਦੇ ਇੱਕ ਤੋਹਫਾ ਹੈ ਜਿਹੜਾ ਫਲ ਦੇ ਰੂਪ ਦੇ ਵਿੱਚ ਸਾਡੇ ਲਈ ਹੈ। and we can say there is a reward that we are given as a gift. ਜੇ ਅੱਜ ਤੁਸੀਂ ਇਸ ਥੋੜੇ ਮਿੰਟਾਂ ਦੇ ਵਚਨ ਨੂੰ ਪੂਰੇ ਧਿਆਨ ਪੂਰਵਕ ਸੁਣੋਗੇ ਤੇ ਤੁਸੀਂ ਉਸ ਮੰਜ਼ਿਲ ਨੂੰ ਸਮਝ ਸਕੋਗੇ। you will be able to come to know the destination when you read it and understand today's word. ਤੁਸੀਂ ਇਸ ਪੂਰੀ ਤਸਵੀਰ ਨੂੰ ਸਮਝ ਜਾਓਗੇ। and you will be able to understand the full ਉਹ picture. ਫਲ ਕੀ ਹੈ? what is that fruit all about? ਬਾਈਬਲ ਦੱਸਦਾ ਉਹ ਇੱਕ ਵੱਡਾ ਫਲ ਹੈ। Bible says it's a great reward. ਅਤੇ ਜਦੋਂ ਵੀ ਅਸੀਂ ਕਿਸੇ ਦਰਖਤ ਨੂੰ ਜਿਹੜਾ ਇੱਕ ਫਰੂਟ ਦਿੰਦਾ ਹੈ ਅਸੀਂ ਜ਼ਮੀਨ ਵਿੱਚ ਲਗਾਉਂਦੇ ਹਾਂ। and as we sow a tree of a fruit into the earth, ਪਰ ਉਸ ਦੇ ਉੱਤੇ ਕਾਫੀ ਮਿਹਨਤ ਕਰਨੀ ਪੈਂਦੀ ਹੈ। and we ought to work hard for that.
ਫਿਰ ਜਾ ਕੇ ਅਸੀਂ ਉਸ ਦੇ ਫਲ ਦਾ ਆਨੰਦ ਲੈ ਸਕਦੇ ਹਾਂ। Then we are able to enjoy the fruit of that tree. ਇਸੇ ਤਰ੍ਹਾਂ ਸਾਡਾ ਜੀਵਨ ਜਿਹੜਾ ਹੈ ਉਸ ਦੇ ਉੱਤੇ ਸਾਨੂੰ ਮਿਹਨਤ ਕਰਨੀ ਪੈਂਦੀ ਹੈ। In the same manner, we have to work hard upon our life. ਅਤੇ ਜਦੋਂ ਅਸੀਂ ਇਸ ਤੇ ਮਿਹਨਤ ਕਰਾਂਗੇ ਤਾਂ ਅਸੀਂ ਇੱਕ ਫਲ ਨੂੰ ਪਾਵਾਂਗੇ। And as we toil and work hard, we have the fruit. ਅਸੀਂ ਉਸ ਫਰੂਟ ਨੂੰ ਲਵਾਂਗੇ। Then we will be able to take that fruit. ਅਤੇ ਬਾਈਬਲ ਸਾਨੂੰ ਦੱਸਦਾ ਹੈ ਕਿ ਉਹ ਇੱਕ ਵੱਡਾ ਫਲ ਹੈ। And Bible says it's a great reward. ਉਹ ਦੱਸਦਾ ਕਿ ਜੇਕਰ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹੋ, And it says if you want to just fulfill the commands of God, ਇੱਥੇ ਤੁਹਾਨੂੰ ਇਸ ਪੰਕਤੀ ਦੇ ਉੱਤੇ ਰੁਕਣਾ ਪਵੇਗਾ। you ought to stop at this verse. ਇੱਕ ਉਹ ਇੱਛਾ ਹੈ ਜਿਹੜੀ ਤੁਸੀਂ ਆਪਣੀ ਮਰਜ਼ੀ ਆ ਉਹਨੂੰ ਪੂਰਾ ਕਰਨਾ ਚਾਹੁੰਦੇ ਹੋ। There is a will which you want to do of your own. ਯਿਸੂ ਮਸੀਹ ਦੇ ਨਾਲ ਜੁੜਨ ਤੋਂ ਬਾਅਦ ਇੱਕ ਤੁਹਾਡੀ ਆਪਣੀ ਇੱਛਾ ਹੈ ਜਿਹਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ। After you are tied with Jesus, there is a will that you want to complete of your own. ਪਰ ਇੱਕ ਇੱਛਾ ਉਹ ਹੈ ਜਿਹੜੀ ਪਰਮੇਸ਼ਵਰ ਦੀ ਹੈ ਤੇ ਤੁਸੀਂ ਉਸ ਨੂੰ ਪੂਰਾ ਕਰਨਾ ਚਾਹੁੰਦੇ And ਹੋ। there is a will of the God which you want to do it. ਅਤੇ ਬਾਈਬਲ ਇਹਦਾ ਸਾਨੂੰ ਦੱਸਦਾ ਹੈ ਜੇ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹੋ And the Bible says if you want to fulfill the will of God, ਤਾਂ ਤੁਸੀਂ ਇਸ ਵੱਡਾ ਜਿਹੜਾ ਫਲ ਹੈ ਤੁਸੀਂ ਉਹਦੇ ਵਿੱਚ ਜਾ ਸਕੋਗੇ। and then only you will be able to enter into that great reward. ਪਰ ਜੇ ਤੁਸੀਂ ਆਪਣੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਦੇ ਵੀ ਉਸ ਫਲ ਦੇ ਹਿੱਸੇਦਾਰ ਨਹੀਂ ਹੋਵੋਗੇ। If you want to just fulfill your own will, you won't be able to enter into that great reward that is kept. ਇੱਥੇ ਸਵਾਲ ਹੈ ਅਸੀਂ ਕਿਸ ਦੀ ਇੱਛਾ ਨੂੰ ਪੂਰਾ ਕਰਨਾ ਹੈ। Now the question is, whose will we be able to fulfill? ਕਿ ਅਸੀਂ ਜਦੋਂ ਮਸੀਹ ਦੇ ਵਿੱਚ ਆ ਜਾਂਦੇ ਹਾਂ ਅਸੀਂ ਆਪਣੀ ਇੱਛਾ ਨੂੰ ਮੋਹਰੇ ਲੈ ਕੇ ਤਾਂ ਨਹੀਂ ਆਉਂਦੇ। Is it that when we come in Christ, we bring our own will in front? ਅਤੇ ਜਦੋਂ ਤੁਸੀਂ ਆਪਣੀ ਇੱਛਾ ਨੂੰ ਮੋਹਰੇ ਲੈ ਕੇ ਆਓਗੇ ਹਮੇਸ਼ਾ ਸ਼ੈਤਾਨ ਤੁਹਾਡੇ ਉੱਤੇ ਆਪਣਾ ਕਬਜ਼ਾ ਕਰੇਗਾ। Whenever you want to bring your will forward, the Satan is going to attack you. ਅਤੇ ਬੈਰੀ ਦੇ ਵੱਲੋਂ ਤੁਹਾਡੇ ਦਿਮਾਗ ਦੇ ਵਿੱਚ ਅਟੈਕ ਹੋਣੇ ਸ਼ੁਰੂ ਹੋ ਜਾਣਗੇ। And from the enemy, the attack starts to come into your mind. ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ And I want to tell you today, ਅਗਰ ਤੁਹਾਡੇ ਘਰ ਵਿੱਚ ਕੋਈ ਆ ਕੇ ਖਲਾਰਾ ਪਾ ਜਾਵੇ ਗੰਦ ਪਾ ਜਾਵੇ if someone comes in your house and makes a mess of your house, ਉਹ ਬੜੀ ਆਸਾਨੀ ਦੇ ਨਾਲ ਸਾਫ਼ ਕੀਤਾ ਜਾ ਸਕਦਾ ਹੈ। then that can be cleaned. ਅਗਰ ਕੋਈ ਤੁਹਾਡੇ ਦਿਮਾਗ ਦੇ ਵਿੱਚ ਗੰਦ ਪਾ ਜਾਵੇ If someone makes a mess into your mind, ਤੁਹਾਡੀਆਂ ਸੋਚਾਂ ਵਿੱਚ ਗੰਦ ਪਾ ਜਾਵੇ into your thoughts, he makes a mess. ਉਸ ਨੂੰ ਬਹੁਤ ਆਸਾਨੀ ਦੇ ਨਾਲ ਸਾਫ਼ ਨਹੀਂ ਕੀਤਾ ਜਾ ਸਕਦਾ। It is not that easy to clean all that mess. ਉਸ ਦੇ ਕਿਤੇ ਨਾ ਕਿਤੇ ਕੀਟਾਣੂ ਜਿਹੜੇ ਨੇ ਉਹ ਤੁਹਾਡੇ ਦਿਮਾਗ ਦੇ ਅੰਦਰ ਰਹਿ ਜਾਂਦੇ ਨੇ And there is some kind of bacteria that still remains in your mind. ਅਤੇ ਤੁਸੀਂ ਉਸ ਪਰਮੇਸ਼ਰ ਦੀ ਇੱਛਾ ਤੋਂ ਪਿੱਛੇ ਹੋ ਜਾਂਦੇ ਹੋ And you backslide from the will of God. ਅਤੇ ਉਹ ਜਿਹੜੇ ਕੀਟਾਣੂ ਨੇ ਉਹ ਤੁਹਾਡੀਆਂ ਇੱਛਾਵਾਂ ਨੂੰ ਜਿਹੜਾ ਨੇ ਉਹ ਜਨਮ ਦਿੰਦੇ ਨੇ। And those bacteria give birth to your own very will. ਤੁਸੀਂ ਆਪਣੀਆਂ ਇੱਛਾਵਾਂ ਲੈ ਕੇ ਫਿਰ ਯਿਸੂ ਦੇ ਪਿੱਛੇ ਜਾਣਾ ਚਾਹੁੰਦੇ ਹੋ Then you keep your will in hand and you follow Jesus. ਅਤੇ ਜਿੰਨੀ ਵਾਰੀ ਤੁਸੀਂ ਆਪਣੀਆਂ ਇੱਛਾਵਾਂ ਨੂੰ ਲੈ ਕੇ ਯਿਸੂ ਦੇ ਪਿੱਛੇ ਜਾਓਗੇ As you take your will and follow Jesus, ਉਨੀ ਵਾਰੀ ਤੁਸੀਂ ਆਪ ਨਿਰਾਸ਼ ਹੋਵੋਗੇ ਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਨਿਰਾਸ਼ ਕਰੋਗੇ। and then you just make a sadden yourself and you make sadden those who are around ਪਰ you. ਅੱਜ ਖੁਦਾ ਦਾ ਕਲਾਮ ਕਹਿੰਦਾ ਕਿ ਆਪਣੇ ਵਿਸ਼ਵਾਸ ਨੂੰ ਕਦੇ ਖਤਮ ਨਹੀਂ ਹੋਣ ਦੇਣਾ। And today's word, it says, let not your hope be finished. ਅਸੀਂ ਕਿੱਥੇ ਤੱਕ ਜਾ ਸਕਦੇ ਹਾਂ ਇਸ ਗੱਲ ਦਾ ਧਿਆਨ ਰੱਖਣਾ ਹੈ। To what extent we can go, we ought to remember. ਪਰ ਜਿਹੜੇ ਯਿਸੂ ਦੇ ਪਿੱਛੇ ਜਾ ਰਹੇ ਨੇ ਜਿਹੜੇ ਯਿਸੂ ਤੇ ਈਮਾਨ ਲੈ ਕੇ ਆਏ ਨੇ ਜਿਨ੍ਹਾਂ ਨੇ ਬਪਤਿਸਮੇ ਲਏ ਨੇ ਜਿਨ੍ਹਾਂ ਨੇ ਯਿਸੂ ਨੂੰ ਜਾਣ ਲਿਆ And all those who follow Jesus, who have come to Jesus and got baptized and known Jesus, ਬਾਈਬਲ ਉਹਨਾਂ ਨੂੰ ਕਹਿੰਦਾ ਹੈ and Bible says unto them, ਆਪਣੇ ਵਿਸ਼ਵਾਸ ਨੂੰ ਖਤਮ ਨਾ ਹੋਣ ਦਿਓ। do not let your faith be finished. ਸਾਡੀਆਂ ਇੱਛਾਵਾਂ ਬਹੁਤ ਵੱਡਾ ਹਿੱਸਾ ਹੈ ਵਿਸ਼ਵਾਸ ਨੂੰ ਖਤਮ ਕਰਨ ਲਈ। And our desires are play a great role in finishing the will. ਉਹ ਤੁਹਾਡੇ ਅੰਦਰ ਜਿਹੜੀ ਐਕਸਾਈਟਮੈਂਟ ਹੁੰਦੀ ਹੈ ਉਹ ਜਿਹੜਾ ਜਜ਼ਬਾ ਹੁੰਦਾ ਹੈ ਸ਼ੈਤਾਨ ਉਸ ਨੂੰ ਬੁਝਾਉਣਾ ਚਾਹੁੰਦਾ ਹੈ। And the zeal that you have inside of you, the Satan wants to take it away. ਉਹ ਜਿਹੜੇ ਪਰਮੇਸ਼ਰ ਦੇ ਕੰਮ ਕਰਨ ਨੂੰ ਤੁਹਾਡੇ ਅੰਦਰ ਇੱਕ ਤੜਫ ਹੁੰਦੀ ਹੈ ਸ਼ੈਤਾਨ ਉਸ ਨੂੰ ਠੰਡਾ ਕਰਨਾ ਚਾਹੁੰਦਾ ਹੈ। And the zeal to do the work of God, Satan wants to make it cold. ਜਿਹੜੀ ਅੱਗ ਯਿਸੂ ਦੇ ਨਾਂ ਦੀ ਸਾਡੇ ਜੀਵਨ ਵਿੱਚ ਲੱਗੀ ਹੋਈ ਹੈ ਸ਼ੈਤਾਨ ਉਸ ਨੂੰ ਬੁਝਾਉਣਾ ਚਾਹੁੰਦਾ ਹੈ। And the fire that is ignited of Christ Jesus, Satan wants to just distinguish it. ਅਤੇ ਉਹ ਆਪਣੀ ਅੱਗ ਉੱਥੇ ਜਲਾਉਣੀ ਚਾਹੁੰਦਾ ਹੈ। And he wants to make his own very fire. ਜੇਕਰ ਇਸ ਤਰ੍ਹਾਂ ਹੁੰਦਾ ਤੁਹਾਨੂੰ ਮਹਿਸੂਸ ਹੋਵੇ And if this would have happened and you feel it, ਤੇ ਸਮਝ ਲਓ ਆ ਜਿਹੜਾ ਫਲ ਹੈ ਜਿਹੜਾ ਬਹੁਤ ਵੱਡਾ ਫਲ ਹੈ ਤੁਸੀਂ ਉਸ ਤੋਂ ਵਾਂਝੇ ਹੋ ਰਹੇ ਹੋ। and then remember the great reward, you are being just led astray of that. ਤੁਸੀਂ ਇਸ ਫਰੂਟ ਤੋਂ ਦੂਰ ਜਾ ਰਹੇ ਹੋ You are going far from this fruit. ਜਿਹੜਾ ਪਰਮੇਸ਼ਵਰ ਨੇ ਵਾਅਦਾ ਕਰਕੇ ਸਾਨੂੰ ਦਿੱਤਾ ਹੈ। The thing that God has
has promised and given unto us, ਜਿਹਦੇ ਲਈ ਪਰਮੇਸ਼ਰ ਨੇ ਵਾਅਦਾ ਕੀਤਾ ਹੈ, for which God has made a covenant, ਅਤੇ ਜਿਹਦੇ ਲਈ ਪਰਮੇਸ਼ਰ ਤੁਹਾਨੂੰ ਇਹ ਕਹਿਣਾ ਚਾਹੁੰਦੇ ਨੇ ਕਿ ਪੱਕਾ ਭਰੋਸਾ ਰੱਖੋ, and for sharpness which ਕਰੋ। God tells you have a firm faith. ਅਤੇ ਪਰਮੇਸ਼ਰ ਸਾਨੂੰ ਇਹ ਦੱਸਣਾ ਚਾਹੁੰਦੇ ਹਨ, And God wants to tell us. ਬਾਈਬਲ ਇਦਾਂ ਸਾਨੂੰ ਦੱਸਦਾ ਹੈ, The Bible tells us, ਜੇ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹੋ, if you want to do the will of God, ਸਿਰਫ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹੋ, only fulfilling the will of God, ਤੇ ਤੁਹਾਨੂੰ ਸ਼ੈਤਾਨ ਦੀ ਹਰ ਚਾਲ ਦੇ ਉੱਤੇ ਧਿਆਨ ਕਰਨਾ ਪਵੇਗਾ। and you ought to pay attention to every step that the Satan ਤੁਸੀਂ brings, ਦੇਖੋ, ਇਹ ਜਿਹੜੀਆਂ ਇੱਛਾਵਾਂ ਸਾਡੇ ਅੰਦਰ ਆ ਰਹੀਆਂ the ਨੇ, desires that come into ਇਹ us, ਜੋ ਸਾਡੇ ਅੰਦਰ ਪੈਦਾ ਹੋ ਰਿਹਾ ਹੈ, and which are birthed ਜੋ ਅਸੀਂ inside, ਕਰਨਾ ਚਾਹੁੰਦੇ ਹਾਂ, which we want to do. ਕੀ ਉਹ ਮਸੀਹ ਅਤੇ ਮਸੀਹ ਦਾ ਲਹੂ ਸਾਨੂੰ ਇਜਾਜ਼ਤ ਦਿੰਦਾ ਹੈ? Does Christ or His blood that gives us the permission to do? ਰੈਪਚਰ ਕਿਸੇ ਵੇਲੇ ਵੀ ਰੈਪਚਰ ਹੋ ਸਕਦਾ ਹੈ। At any time, the rapture can take place. ਜਿੰਨੀਆਂ ਬਾਈਬਲ ਦੇ ਅੰਦਰ ਮੋਹਰਾਂ ਦੀ ਗੱਲ ਹੋ ਰਹੀ ਹੈ, ਜੇ ਅਸੀਂ ਉਸ ਦੀ ਤੁਲਨਾ ਸਾਰੀ ਦੁਨੀਆ ਦੇ ਨਾਲ ਕਰਨਾ ਸ਼ੁਰੂ ਕਰੀਏ, ਤੇ ਅੱਧੀਆਂ ਜ਼ਿਆਦੀਆਂ ਮੋਹਰਾਂ ਜਿਹੜੀਆਂ ਨੇ ਉਹਨਾਂ ਦਾ ਖੋਲਿਆ ਜਾਣਾ ਜਿਹੜਾ ਜਾਂ ਖੁੱਲ ਗਿਆ ਹੋਣਾ ਜਿਹੜਾ ਹੈ ਉਹ ਸੰਭਵ ਹੈ। And it is possible that all the things that the seals and all these things that the Bible tells, it is possible that can be opened. ਪਰ ਇੱਥੇ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ? But what does the word of God tell over here? ਉਹ ਕਹਿੰਦਾ ਹੈ ਜਿਹੜਾ ਪ੍ਰਤਿਗਿਆ ਜਿਹੜਾ ਵਾਅਦਾ ਪਰਮੇਸ਼ਰ ਨੇ ਕੀਤਾ ਹੈ, It says the covenant God has made. ਜੇ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹੋ, If you want to do the will of God, ਕਿਰਪਾ ਕਰਕੇ ਇੱਧਰ ਧਿਆਨ ਦਿਓ, please pay attention over ਬਿਲਕੁਲ here. ਆਪਣੇ ਦਿਮਾਗ ਦੇ ਅੰਦਰ ਕਿਸੇ ਵੀ ਚੀਜ਼ ਨੂੰ ਚੱਲਣ ਨਾ ਦਿਓ। Let no thought work into your mind. ਇਹ ਸ਼ੈਤਾਨ ਚਾਹੁੰਦਾ ਹੈ ਕਿ ਤੁਹਾਡੇ ਜੀਵਨ ਦੇ ਅੰਦਰ ਇਹ ਨਾ ਜਾਵੇ। And Satan wants that it should not go inside your mind. ਮੈਂ ਫਿਰ ਉਸ ਆਇਤ ਨੂੰ ਲੈ ਕੇ ਗੱਲ ਕਰਨ ਲੱਗਿਆ ਹਾਂ। And I will be talking upon the same ਇਹਨੂੰ word. 7 ਐਂਗਲ ਦੇ ਨਾਲ ਪ੍ਰਚਾਰ ਕੀਤਾ ਜਾ ਸਕਦਾ ਹੈ, It can be preached in 7 angles. ਪਰ ਅੱਜ ਸਿਰਫ ਮੈਂ 3 ਐਂਗਲਸ ਤੋਂ ਪ੍ਰਚਾਰ ਕਰ ਰਿਹਾ ਹਾਂ। Today I will be preaching for 3 angles. ਤੁਹਾਨੂੰ ਇਸ ਨੂੰ ਸਮਝਣਾ ਪਵੇਗਾ। You ought to understand ਜੇ it. ਤੁਹਾਡੇ ਕੋਲ ਬਾਈਬਲ ਹੈ, ਤੁਸੀਂ ਹੋਰ ਵੀ ਜਲਦੀ ਸਮਝ ਜਾਂਦੇ ਹੋ। If you have the Bible, it is easy for you to understand. ਪਰਮੇਸ਼ਵਰ ਦੀ ਜਿਹੜੀ ਇੱਛਾ ਹੈ ਉਹ ਵਾਅਦੇ ਤੱਕ ਲੈ ਕੇ ਜਾਂਦੀ ਹੈ, And he says the will that is of the God takes us to the promise of God. ਪਰ ਜਿਹੜੀ ਤੁਹਾਡੀ ਆਪਣੀ ਇੱਛਾ ਹੈ, ਆਪਣੀ, But the will that is of your own, ਉਹ ਸ਼ੈਤਾਨ ਦੇ ਰਸਤਿਆਂ ਤੇ ਲੈ ਕੇ ਜਾਂਦੀ ਹੈ, that brings you onto the paths ਉਹ of the ਨਾਸ਼ ਦੇ ਵੱਲ ਲੈ ਕੇ ਜਾਂਦੀ ਹੈ। that brings you to the destructive paths. ਅੱਜ ਸਾਨੂੰ ਆਪਣੀ ਇੱਛਾ ਨੂੰ ਖਤਮ ਕਰਨਾ ਹੈ। We ought to finish our own very will. ਅਸੀਂ ਆਪਣੀ ਇੱਛਾ ਨੂੰ ਬੰਦ ਕਰਨਾ ਹੈ। ਅੱਜ We ought to stop our will. ਜਦੋਂ ਤੁਸੀਂ ਆਪਣੀ ਇੱਛਾ ਨੂੰ ਬੰਦ ਕਰ When ਦੋਗੇ, you stop your will, ਤੁਹਾਨੂੰ ਪਤਾ ਕੀ ਹੋਣਾ ਹੈ? do you know what is going to happen? ਉਦੋਂ ਉੱਥੇ ਪਰਮੇਸ਼ਰ ਦੀ ਇੱਛਾ ਨੇ ਕੰਮ ਕਰਨਾ ਸ਼ੁਰੂ ਕਰ And ਦੇਣਾ ਹੈ। then the will of God is starts to work. ਜਦੋਂ ਅਸੀਂ ਬਰਤਨ ਦੇ ਵਿੱਚੋਂ ਪਾਣੀ ਨੂੰ ਬਾਹਰ ਕੱਢ ਦਿੰਦੇ ਹਾਂ, As we take out the water from the pot, ਉੱਥੇ ਹਵਾ ਕਬਜ਼ਾ ਕਰਦੀ ਹੈ। and then the air starts to fill it. ਇਸੇ ਤਰ੍ਹਾਂ ਜਦੋਂ ਅਸੀਂ ਆਪਣੀਆਂ ਇੱਛਾਵਾਂ ਨੂੰ ਖਤਮ ਕਰ ਦੇਵਾਂਗੇ, So in the same way as we finish our own very will, ਉਸੇ ਵੇਲੇ ਪਰਮੇਸ਼ਰ ਦਾ ਆਤਮਾ ਸਾਡੇ ਵਿੱਚ ਆਪਣੀਆਂ ਇੱਛਾਵਾਂ ਨੂੰ ਪਾਵੇਗਾ। that very time God's Spirit will put His own very will inside of us. ਜਿਹੜੀਆਂ ਸਾਡੀਆਂ ਇੱਛਾਵਾਂ ਨੇ ਉਹ ਜਿਹੜੀਆਂ ਉਹ ਸੰਸਾਰ ਤੋਂ ਪ੍ਰੇਰਿਤ ਨੇ, And all the will of ours is all just seen in the world. ਤੁਸੀਂ ਉਸ ਨੂੰ ਮੈਚ ਕਰ ਸਕਦੇ ਹੋ। You can match it. ਅਤੇ ਜਿਹੜੀਆਂ ਸਾਡੀਆਂ ਇੱਛਾਵਾਂ ਨੇ ਉਹ ਸਾਡੇ ਆਪਣੇ ਨਾਲ ਜੁੜੀਆਂ ਹੋਈਆਂ ਨੇ, Our will are just connected to our own very self. ਪਰ ਜਿਹੜੀਆਂ ਪਰਮੇਸ਼ਰ ਦੀਆਂ ਇੱਛਾਵਾਂ ਨੇ But the will that is of God, ਉਹ ਸਾਡੇ ਨਾਲ ਕਦੇ ਨਹੀਂ ਜੁੜੂਗੀਆਂ। those are not connected to us. ਉਹਨਾਂ ਦਾ ਕੋਈ ਸਿਰਾ ਸਾਡੇ ਨਾਲ ਨਹੀਂ ਜੁੜੂਗਾ, No end of it is connected to ours. ਪਰ ਉਹਨਾਂ ਦਾ ਸਿਰਾ ਪਰਮੇਸ਼ਰ ਦੇ ਉਸ ਅਨੁਗ੍ਰਹਿ ਦੇ ਨਾਲ ਜੁੜੇਗਾ, And its end shall be bound with the grace that is of God. ਅਤੇ ਪਰਮੇਸ਼ਰ ਦੇ ਉਸ ਵਾਅਦੇ ਨਾਲ ਜੋੜੇਗਾ ਸਾਨੂੰ। It shall bind us with the promise of God. ਪਰਮੇਸ਼ਰ ਦੇ ਵਾਅਦੇ ਨਾਲ ਸਾਨੂੰ ਜੋੜੇਗਾ ਉਹ। It will best connect us to the promises of God. ਜਦੋਂ ਸਾਨੂੰ ਸਾਡੇ ਅੰਦਰ ਪਰਮੇਸ਼ਰ ਦੀ ਜਿਹੜੀ ਇੱਛਾ ਹੈ ਉਹਦੀ ਸਮਝ ਆ ਗਈ, And when we are able to understand the will that is of God inside of ਤੇ ਉਹ us, ਜਿਹੜਾ ਵੱਡਾ ਫਲ ਪਰਮੇਸ਼ਰ ਨੇ ਸਾਡੇ ਲਈ ਦੱਸਿਆ ਹੈ, and the great reward that God has told that is kept for us, ਅਸੀਂ ਉਸ ਫਲ ਨੂੰ ਪ੍ਰਾਪਤ ਕਰ ਸਕਦੇ ਹਾਂ। then we can receive that reward. ਕਿਉਂਕਿ ਜਿਸ ਤਰ੍ਹਾਂ ਪਵਿੱਤਰ ਗ੍ਰੰਥ ਦੇ ਵਿੱਚ ਲਿਖਿਆ ਗਿਆ ਹੈ, As the Holy Scripture says, ਮੈਂ ਜਾਣਦਾ ਕਿ ਜਿੰਨੇ ਵੀ ਇੱਥੇ ਆਏ ਉਹ ਆਪਣੀ ਇੱਛਾ ਦੇ ਨਾਲ ਇੱਥੇ ਨਹੀਂ ਆਏ। I know
all you have come over here have not come with your own will. ਤੁਸੀਂ ਬਿਲਕੁਲ ਆਪਣੀ ਇੱਛਾ ਦੇ ਨਾਲ ਇੱਥੇ ਨਹੀਂ ਆਏ। You are not over here because of your will. ਜਿੰਨੇ ਵੀ ਇੱਥੇ ਆਏ ਆ ਉਹਨਾਂ ਲਈ ਇਹ ਜ਼ਰੂਰੀ ਮੈਸੇਜ ਹੈ, And it's an important message for the ones who have come over here. ਕਿਉਂਕਿ ਪਰਮੇਸ਼ਵਰ ਨੇ ਇਸ ਲਈ ਤੁਹਾਨੂੰ ਇੱਥੇ ਭੇਜਿਆ ਕਿ ਤੁਸੀਂ ਇਸ ਮੈਸੇਜ ਨੂੰ ਸੁਣੋ, ਮੁੜੋ ਤੇ ਪਰਮੇਸ਼ਵਰ ਦੀ ਇੱਛਾ ਨੂੰ ਆਪਣੇ ਜੀਵਨ ਵਿੱਚ ਲੈ ਲਓ। God has sent you over here so that you listen, you just turn back and know the will of God. ਕਿਉਂਕਿ ਤੁਹਾਡੇ ਆਉਣ ਤੋਂ ਪਹਿਲਾਂ ਹੀ ਇੱਥੇ ਤਿਆਰ ਕਰਕੇ ਪਰਮੇਸ਼ਵਰ ਨੇ ਰੱਖਿਆ ਹੈ। For it was prepared before you came over here. ਇਹ ਇਸ ਕਰਕੇ ਨਹੀਂ ਸੁਣਾਇਆ ਜਾ ਰਿਹਾ ਕਿ ਤੁਸੀਂ ਆਏ ਹੋ, It's not being preached for you have come. ਇਹ ਇਸ ਕਰਕੇ ਸੁਣਾਇਆ ਜਾ ਰਿਹਾ ਕਿ ਆਤਮਾ ਤੁਹਾਡੇ ਵਾਸਤੇ ਆਇਆ ਹੈ। For it is being preached for the Spirit has come for ਉਹ you. ਤੁਹਾਨੂੰ ਬਦਲਣਾ ਚਾਹੁੰਦਾ ਹੈ। He wants to transform you. ਉਸਨੇ ਸਿਰਫ ਉਹਨੇ ਲੋਕਾਂ ਨੂੰ ਬੁਲਾਇਆ ਹੈ ਜਿਨ੍ਹਾਂ ਦੇ ਨਾਲ ਅੱਜ ਉਹ ਗੱਲ ਕਰਨੀ ਚਾਹੁੰਦਾ ਹੈ। He has called only that number of people whom he wants to talk with. ਤੁਸੀਂ ਬਹੁਤ ਇੰਪੋਰਟੈਂਟ ਹੈ ਪਰਮੇਸ਼ਵਰ ਦੇ ਲਈ। You are too very important for God. ਪਰਮੇਸ਼ਵਰ ਤੁਹਾਨੂੰ ਹਰ ਵਕਤ ਉਡੀਕਦਾ ਹੈ। God always just waits upon you. ਇਸ ਕਰਕੇ ਅੱਜ ਉਹ ਤੁਹਾਨੂੰ ਇਸ ਗੱਲ ਦੇ ਲਈ ਪ੍ਰੇਰਿਤ ਕਰਦਾ ਹੈ ਕਿ ਆਪਣੀਆਂ ਇੱਛਾਵਾਂ ਨੂੰ ਛੱਡ ਦਿਓ। So he inspires you just to leave your own very will. ਅਤੇ ਉਹ ਇਹ ਤੁਹਾਨੂੰ ਪ੍ਰੇਰਿਤ ਕਰਦਾ ਹੈ ਅੱਜ ਕਿ ਤੁਸੀਂ ਪਵਿੱਤਰ ਆਤਮਾ ਦੀਆਂ ਇੱਛਾਵਾਂ ਨੂੰ ਆਪਣੇ ਅੰਦਰ ਆਉਣ ਦਿਓ। And he inspires you that you let the will of the Holy Spirit come inside of you. ਕਹਿੰਦਾ ਉਹ ਜੋ ਆ ਰਿਹਾ ਆ ਜ਼ਰੂਰ ਆਵੇਗਾ। And the one who ought to come is coming. ਉਹ ਜਿਹੜਾ ਆ ਰਿਹਾ ਜ਼ਰੂਰ ਆਵੇਗਾ। And the one who is coming shall surely come. ਪਰ ਕਹਿੰਦਾ ਚਿਰ ਨਹੀਂ ਲਾਊਗਾ। But it says he shall not delay. ਕਹਿੰਦਾ ਉਹਦੇ ਆਉਣ ਦੇ ਵਿੱਚ ਹੁਣ ਦੇਰ ਨਹੀਂ ਹੈਗੀ। There will be no more delay. ਉਹ ਬਹੁਤ ਛੇਤੀ ਆਉਣ ਵਾਲਾ ਆ। He shall come very soon. ਉਹਨੇ ਬਹੁਤ ਜਲਦੀ ਆਉਣਾ ਆ। And he shall come very soon. ਅਤੇ ਉਹ ਐਨ ਦਰਵਾਜ਼ੇ ਦੇ ਉੱਤੇ ਉਹਦੇ ਪੈਰਾਂ ਦਾ ਖੜਕਾ ਸੁਣ ਰਿਹਾ ਆ ਦੁਨੀਆ ਦੇ ਵਿੱਚ। And you can hear his step on the door of the world into this. ਇਦਾਂ ਦੀ ਹਲਚਲ ਸ਼ੁਰੂ ਹੋ ਗਈ ਆ ਕਿ ਪਤਾ ਲੱਗ ਰਿਹਾ ਵੀ ਕੋਈ ਆ ਰਿਹਾ ਆ। And his coming is being just seen, somebody is coming. ਇਦਾਂ ਦੀਆਂ ਨਿਊਜ਼ ਆ ਰਹੀਆਂ ਆ ਵੀ ਸਾਨੂੰ ਸਮਝ ਲੱਗ ਰਿਹਾ ਬਾਈਬਲ ਜੋ ਕਹਿੰਦਾ ਉਹ ਕੁਝ ਪੂਰਾ ਹੋ ਰਿਹਾ ਏ। And so the news is coming that what the Bible says is coming to pass. ਕਹਿੰਦਾ ਸਮਾਂ ਥੋੜਾ ਰਹਿ ਗਿਆ ਆ। He says the time is ਬਹੁਤ ਥੋੜਾ ਸਮਾਂ ਕਹਿੰਦਾ ਰਹਿ ਗਿਆ। very less time. ਇਸ ਲਈ ਕਹਿੰਦਾ ਆਪਣੀ ਇੱਛਾ ਬੰਦ ਕਰੋ। So just leave your will. ਸੋਚੋ ਸਮਝੋ ਮੇਰੀ ਇੱਛਾ ਕੀ ਹੈ। Think and understand what my will is all about. ਅਤੇ ਉਹਦੀ ਇੱਛਾ ਜਿਹੜੀ ਹੈ ਅਸੀਂ ਅੱਜ ਉਸ ਦੀ ਇੱਛਾ ਨੂੰ ਜਾਣਨ ਲਈ ਇਕੱਠੇ ਹੋਏ ਆ। We have gathered together to know his will. ਉਸ ਦੀ ਇੱਛਾ ਕੀ ਹੈ? What's his will? ਉਹ ਕਹਿੰਦਾ ਆਉਣ ਵਾਲਾ ਜਿਹੜਾ ਆ ਬਹੁਤ ਜਲਦੀ ਆ ਰਿਹਾ ਹੈ। And the one who is to come is coming soon. ਪਰ ਕਹਿੰਦਾ ਉਸਨੇ ਹੁਣ ਚਿਰ ਲਾਉਣਾ ਨਹੀਂ ਹੈਗਾ। And then he says there will be no more delay. ਬਹੁਤ ਲਾਗੇ ਆ ਕਹਿੰਦਾ ਉਹ। He's too very close. ਕਹਿੰਦਾ ਉਹਨੇ ਦੇਰ ਨਹੀਂ ਲਾਉਣੀ ਹੁਣ। He won't delay anymore. ਏਦਾਂ ਸਾਲਾਂ ਦੇ ਸਾਲ ਨਹੀਂ ਲੱਗਣੇ। No more years will take. ਉਹਨੇ ਬਹੁਤ ਛੇਤੀ ਆ ਜਾਣਾ ਆ। He shall come soon. ਅਸੀਂ ਹਬਕੂਕ ਦੀ ਕਿਤਾਬ ਉਹਦਾ 2 ਚੈਪਟਰ ਦੇ ਵਿੱਚ ਜਾ ਕੇ ਇਹਦੇ ਬਾਰੇ ਦੇਖਦੇ ਹਾਂ। In the book of Habakkuk we will be going in chapter 2 and see. ਤੁਸੀਂ ਆਪਣੇ ਬਾਈਬਲ ਦੇ ਵਿੱਚ ਦੇਖ ਸਕਦੇ ਹੋ। You can see in your Bible. ਹਬਕੂਕ ਦੀ ਜਿਹੜੀ ਕਿਤਾਬ ਹੈ ਉਹ ਸਾਨੂੰ ਕੀ ਕਹਿੰਦੀ ਹੈ? What does the book of Habakkuk says? ਪਰਮੇਸ਼ਵਰ ਦਾ ਵਚਨ ਸਾਨੂੰ ਇਸ ਤਰ੍ਹਾਂ ਕਹਿ ਰਿਹਾ ਹੈ। And the word of God says to us. ਕਹਿੰਦਾ ਜਿਹੜਾ ਦਰਸ਼ਨ ਸੀਗਾ ਇੱਥੇ ਹਬਕੂਕ ਜਿਹੜਾ ਆ ਇਹ ਯਿਸੂ ਮਸੀਹ ਦੇ ਆਉਣ ਤੋਂ ਜਿਹੜਾ ਆ ਇਹ 7ਵੀਂ ਸਦੀ ਦੇ ਵਿੱਚ ਪਰਮੇਸ਼ਵਰ ਯਹੋਵਾ ਦੇ ਨਾਲ ਗੱਲਾਂ ਕਰ ਰਿਹਾ ਹੈ। And Habakkuk is talking about the God in the 7th century before Christ was to come. ਇਹ ਉਸ ਵੇਲੇ ਦੀ ਗੱਲ ਹੈ ਜਿਹੜਾ ਬਾਬਲ ਸੀਗਾ ਉਹਦਾ ਬਹੁਤ ਦੁਨੀਆ ਤੇ ਦਬਦਬਾ ਸੀ। ਉਸ ਵੇਲੇ ਹਬਕੂਕ ਜਿਹੜਾ ਉਹ ਪਰਮੇਸ਼ਵਰ ਦੇ ਅੱਗੇ ਦਹਾਈ ਦਿੰਦਾ ਸੀਗਾ। And it was the time when Babylon was in its prime regime, and it's talking about that time. ਅਤੇ ਜਦੋਂ ਪਰਮੇਸ਼ਵਰ ਦੇ ਅੱਗੇ ਦੁਹਾਈਆਂ ਦਿੰਦਾ ਸੀ ਤੇ ਪਰਮੇਸ਼ਵਰ ਦੇ ਅੱਗੇ ਗੱਲਾਂ ਕਰਦਾ ਸੀ। And when they crying unto the Lord and he's just saying. ਉਸ ਵੇਲੇ ਪਰਮੇਸ਼ਵਰ ਨੇ ਇਸ ਨੂੰ ਕੋਈ ਜਵਾਬ ਦਿੱਤਾ ਹੈ। God has given him an answer. ਉਸਨੇ ਕਿਹਾ ਦਰਸ਼ਨ ਪੂਰਾ ਹੋਣ ਦੇ ਲਈ ਆਪਣੇ ਸਮੇਂ ਦੀ ਉਡੀਕ ਕਰਦਾ ਰਹਿ। Oh, he says to complete that vision just to keep on waiting upon the Lord. ਉਸਨੇ ਕਿਹਾ ਇੰਤਜ਼ਾਰ ਕਰ ਜਿਹੜਾ ਦਰਸ਼ਨ ਹੈ ਇਸ ਨੂੰ ਤੂੰ ਪੂਰਾ ਹੁੰਦਾ ਦੇਖੇਗਾ। He says wait over here, the vision that is you are seeing it will come to pass. Hello. ਅੱਜ ਕ੍ਰਿਸਚੀਅਨ ਵਿਸ਼ਵਾਸੀਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ? What is the biggest problem of the Christians and the believers? ਕਈ ਵਾਰੀ ਉਹ ਟਾਈਮ ਪੀਰੀਅਡ ਹੁੰਦਾ ਜਦੋਂ ਤੁਸੀਂ ਕੁਝ ਨਹੀਂ ਕਰਨਾ ਹੁੰਦਾ। There is a time period when you need not to do anything. ਸਿਰਫ ਇੰਤਜ਼ਾਰ ਕਰਨਾ ਹੁੰਦਾ ਹੈ। You just ought to wait. ਪਰ ਪ੍ਰੋਬਲਮ ਇਹ ਆ ਕਿ ਤੁਸੀਂ ਇੰਤਜ਼ਾਰ ਨਹੀਂ ਕਰਦੇ। But the problem lies that you do not want to wait. ਅਤੇ ਜਦੋਂ ਤੁਸੀਂ ਇੰਤਜ਼ਾਰ ਨਹੀਂ ਕਰਦੇ ਤੁਸੀਂ ਪਰਮੇਸ਼ਵਰ ਦੀ ਉਸ ਇੱਛਾ ਤੋਂ ਦੂਰ ਚਲੇ ਜਾਂਦੇ ਹੋ। And when you do not wait, you are led astray from the will of God. ਇਹ ਜ਼ਰੂਰੀ ਪੂਰਾ ਹੋਵੇਗਾ। It shall surely happen. ਕੀ ਪੂਰਾ ਹੋਵੇਗਾ? What shall surely ਉਸਨੇ happen? ਕਿਹਾ ਆਉਣ ਵਾਲਾ ਆਵੇਗਾ ਚਿਰ ਨਹੀਂ ਲਾਵੇਗਾ। He says the one who is to come will surely ਉਹ come.
ਉਹ ਯਿਸੂ ਮਸੀਹ ਦੇ ਬਾਰੇ ਗੱਲ ਕਰ ਰਿਹਾ ਹੈ He's talking that he won't delay. He's ਤੇ talking about ਹਬਕੂਕ Jesus. ਦੇ ਵਿੱਚ ਵੀ ਉਹ ਯਿਸੂ ਮਸੀਹ ਦੀ ਗੱਲ ਹੋ ਰਹੀ ਹੈ In Habakkuk, he's talking about Jesus Christ. ਉਹ ਕਹਿੰਦਾ ਆਪਣੇ ਅੰਤ ਵੱਲ ਕਾਲੀ ਨਾਲ ਜਾਂਦਾ ਹੈ Oh, he says he's going towards its end with speed. ਇਹ ਜਿਹੜਾ ਸੰਸਾਰ ਹੈ ਉਹਦੀ ਗੱਲ ਕਰ ਰਿਹਾ ਹੈ He's talking about this world. ਕਹਿੰਦਾ ਖਤਮ ਹੋਣ ਲਈ ਬਹੁਤ ਤੇਜ਼ੀ ਦੇ ਨਾਲ ਸੰਸਾਰ ਉਸ ਸੀਮਾ ਤੇ ਜਾ ਰਿਹਾ ਜਿੱਥੇ ਉਸਨੇ ਖਤਮ ਹੋਣਾ ਹੈ Towards the end that is to be finished and is to be doomed, this world is proceeding. ਕਹਿੰਦਾ ਤਾਂ ਭਾਵੇਂ ਤੈਨੂੰ ਇਦਾਂ ਲੱਗੇ ਵੀ ਛੇਤੀ ਖਤਮ ਨਹੀਂ ਹੋ ਰਿਹਾ ਚਿਰ ਲੱਗ ਰਿਹਾ ਹੈ You might be thinking that it's not taking time to finish. ਪਰ ਤੂੰ ਕਹਿੰਦਾ ਇਸ ਦੇ ਲਈ ਉਡੀਕ ਕਰਦਾ ਰਹਿ He says over here, just keep on waiting. ਕਿਉਂਕਿ ਜ਼ਰੂਰ ਕਹਿੰਦਾ ਸਮਾਂ ਪੂਰਾ ਹੋਵੇਗਾ Where he says the time's going to surely come to pass. ਇਹਦੀ 4 ਪੰਕਤੀ ਦੇ ਵਿੱਚ ਇਦਾਂ ਲਿਖਦਾ ਹੈ In the verse 4, he ਕਹਿੰਦਾ says, ਦੁਸ਼ਟ ਦਾ ਮਨ ਸਾਫ਼ ਨਹੀਂ ਆ he says the heart of the enemy is not clear. ਕਹਿੰਦਾ ਇਸ ਕਰਕੇ ਜਿਹੜਾ ਦੁਸ਼ਟ ਹੈ ਉਹ ਅੰਤ ਤੱਕ ਨਹੀਂ ਰਹੇਗਾ So the wicked won't see unto the end. ਅੰਤ ਤੱਕ ਕੌਣ ਰਹੇਗਾ Who shall remain till end? ਜਿਹੜਾ ਵਿਸ਼ਵਾਸ ਦੇ ਨਾਲ ਭਰਿਆ ਹੋਇਆ ਹੈ The one who is filled with ਜਿਹੜਾ faith. ਪਰਮੇਸ਼ਵਰ ਦੀ ਇੱਛਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ Who ਹੈ wants to understand the will of God. ਜਿਹੜਾ ਪਰਮੇਸ਼ਵਰ ਦੀ ਇੱਛਾ ਦੇ ਪਿੱਛੇ ਜਾ ਰਿਹਾ Who ਹੈ is following the will of God. ਜਿਹੜਾ ਆਉਣ ਵਾਲੇ ਨੂੰ ਉਡੀਕ ਰਿਹਾ ਹੈ Who is waiting for the one who is to come. ਜਿਹੜਾ ਪ੍ਰਾਰਥਨਾ ਕਰ ਰਿਹਾ And ਹੈ who is praying. ਜਿਹੜਾ ਆਪਣੀ ਇੱਛਾ ਨੂੰ ਬਾਰ-ਬਾਰ ਮਾਰ ਰਿਹਾ Who ਹੈ is killing his own very will. ਦੁਨੀਆ ਤੇ ਕੋਈ ਵੀ ਵਿਅਕਤੀ ਨਹੀਂ ਜਿਸ ਦੇ ਮਨ ਦੇ ਵਿੱਚ ਗੰਦੇ ਵਿਚਾਰ ਨਹੀਂ ਆਉਂਦੇ Not a single person in this world is the one whose thoughts are not bad. ਪਰ ਦੁਨੀਆ ਦੇ ਵਿੱਚ ਉਹ ਵਿਅਕਤੀ ਨੇ ਜਿਹੜੇ ਮਨ ਦੇ ਵਿੱਚ ਗੰਦੇ ਵਿਚਾਰ ਆਉਣ ਤੇ ਉਹਨਾਂ ਨੂੰ ਕੈਨਸਲ ਕਰ ਦਿੰਦੇ But ਹਨ there are people in the world who, when the bad thoughts come, they cancel ਅਤੇ it. ਜਦੋਂ ਵੀ ਤੁਸੀਂ ਉਸ ਗੰਦੇ ਵਿਚਾਰ ਨੂੰ ਕੈਨਸਲ ਕਰ ਦਿੰਦੇ ਹੋ As you cancel the wrong thoughts, ਉਸ ਵੇਲੇ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਦੇ ਹੋ you are fulfilling the will of God. Hallelujah. Hallelujah. ਹਾਲੇਲੂਇਆ Hallelujah. ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨਾ ਹੀ ਸਾਡੀ ਧਾਰਮਿਕਤਾ ਹੈ Our righteousness lies into the fulfilling of the command of God. ਪਰ ਜੇ ਤੁਸੀਂ ਆਪਣੀ ਇੱਛਾ ਨੂੰ ਪੂਰਾ ਕਰਦੇ ਹੋ ਤਾਂ ਮਤਲਬ ਤੁਸੀਂ ਪਰਮੇਸ਼ਵਰ ਦੀ ਧਾਰਮਿਕਤਾ ਨੂੰ ਪੂਰਾ ਨਹੀਂ ਕਰ ਰਹੇ If you are fulfilling only your will, you are not completing the righteousness of God. ਇਸ ਲਈ ਉਹ ਦੱਸਦਾ ਹੈ ਭਲਾ ਆਪਣੇ ਵਿਸ਼ਵਾਸੀ ਹੋਣ ਦੇ ਕਾਰਨ ਅੰਤ ਤੱਕ ਜਿੰਦਾ ਰਹੂਗਾ ਜਿਹੜਾ ਭਲਾ ਬੰਦਾ ਉਹਦੀ ਗੱਲ ਕਰਦਾ ਹੈ He's talking about a good man. Will he still remain up till end? ਅਤੇ ਜਿਹੜਾ ਭਲਾ ਹੈ ਪਰਮੇਸ਼ਵਰ ਉਸ ਨੂੰ ਆਪਣੇ ਕਿੰਗਡਮ ਦੇ ਵਿੱਚ ਲੈ ਕੇ ਜਾਏਗਾ Will the good God take him into his kingdom? ਅਸੀਂ ਪਰਮੇਸ਼ਵਰ ਦੇ ਵਚਨ ਨੂੰ ਅੱਗੇ ਵਧਾਉਂਦੇ ਹਾਂ We go forth in the word of God. ਅਤੇ ਇਹਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਉਹ ਲੋਕ ਕਿਹੜੇ ਨੇ ਜਿਹੜੇ ਇਸ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨ ਨਾਲ ਬਰਕਤ ਪਾਉਂਦੇ ਨੇ And we will be both seeing to the people who are fulfilling the will of God gets blessed. ਅਸੀਂ ਰੋਮੀਆਂ 1:17 ਦੇ ਵਿੱਚ ਆ ਕੇ ਦੇਖਦੇ ਹਾਂ We will be going in Romans 1 verse 17. ਪਹਿਲਾਂ ਇਬਰਾਨੀਆਂ ਦੇ ਵਿੱਚ ਅਸੀਂ ਗਏ ਸੀ ਫਿਰ ਹਬਕੂਕ ਦੇ ਵਿੱਚ ਗਏ ਹਬਕੂਕ ਨੇ ਸਾਨੂੰ ਭੇਜਿਆ ਹੈ ਇਸ ਕਿਤਾਬ ਦੇ ਕੋਲ ਅਸੀਂ ਫੇਰ ਜਾ ਕੇ ਸਿੱਖਦੇ ਹਾਂ First of all, we went to Hebrews, then to Habakkuk, and then to Romans. And Habakkuk has sent us into this book of Romans chapter 1 verse 17. ਰੋਮੀਆਂ 1:17 ਦੇ ਵਿੱਚ ਇਦਾਂ ਲਿਖਿਆ ਹੈ And in the Romans chapter 1 verse 17 ਸ਼ੁਭ says, ਸਮਾਚਾਰ ਦੁਆਰਾ ਹੀ ਪਰਮੇਸ਼ਵਰ ਦਾ ਅਨੁਚਿਤ ਨੂੰ ਉਚਿਤ ਠਹਿਰਾਉਣ ਦਾ ਰਾਹ ਪ੍ਰਗਟ ਹੋਇਆ ਹੈ For the path of the God is revealed by the good news that is to be praised. ਕੀ ਕਹਿੰਦਾ ਹੈ ਪਰਮੇਸ਼ਵਰ What is God saying? ਇਹ ਜਿਹੜਾ ਸ਼ੁਭ ਸਮਾਚਾਰ ਲਿਖਿਆ ਇਸ ਦਾ ਮਤਲਬ ਕੀ ਹੈ What is this thing gospel all about? ਉਹ ਦੱਸਦਾ ਹੈ ਗੁੱਡ ਨਿਊਜ਼ ਦੇ ਬਾਰੇ ਦੱਸਦਾ ਹੈ He talks about the good news. ਉਹ ਜਿਹੜਾ ਸਮਾਚਾਰ ਅਸੀਂ ਸੁਣਿਆ ਸੀ ਕਿ ਯਿਸੂ ਮਸੀਹ ਪਾਪੀਆਂ ਦੇ ਲਈ ਆਏ ਹਨ And the time that we heard Jesus came for sinners. ਅਤੇ ਯਿਸੂ ਮਸੀਹ ਪਾਪੀਆਂ ਲਈ ਮਰੇ ਹਨ And Jesus Christ died for sinners. ਯਿਸੂ ਮਸੀਹ ਦੇ ਨਾਮ ਵਿੱਚ ਜੀਵਨ ਹੈ There is life in the name of Jesus. ਯਿਸੂ ਮਸੀਹ ਪਾਪੀ ਨਹੀਂ ਸੀ ਪਰ ਫਿਰ ਵੀ ਪਾਪੀਆਂ ਨੇ ਉਸ ਨੂੰ ਸਲੀਬ ਤੇ ਚੜਾਇਆ ਸੀ Jesus Christ was not a sinner. Sinners just ਉਸਨੇ crucified. ਕੋਈ ਪਾਪ ਨਹੀਂ ਸੀ ਕੀਤਾ ਪਰ ਮੇਰੇ ਪਾਪਾਂ ਦੇ ਲਈ ਉਹ ਸਲੀਬ ਤੇ ਗਿਆ He ਸੀ did not sin for my sins. He was crucified. ਇਸ ਸ਼ੁਭ ਸਮਾਚਾਰ ਉੱਤੇ ਪ੍ਰਤੀਤ ਕਰਨ ਵਾਲਾ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਦਾ ਹੈ And the one who believes on this gospel fulfills the will of God. ਪਰ ਕਈ ਵਾਰੀ ਸ਼ੈਤਾਨ ਜਿਹੜਾ ਹੈ ਉਹ ਇੰਨਾ ਚਲਾਕ ਹੈ ਉਹ ਤੁਹਾਨੂੰ ਸਮਝਣ ਨਹੀਂ ਆਉਣ ਦਿੰਦਾ ਪਰ ਤੁਹਾਨੂੰ ਉਹ ਆਪਣੀ ਇੱਛਾ ਦੇ ਵਿੱਚ ਤੋੜ ਦਿੰਦਾ ਹੈ And the Satan is so very shrewd, and you do not come to know, and he makes you to walk in his will. ਅਤੇ ਜਦੋਂ ਤੁਸੀਂ ਆਪਣੀ ਇੱਛਾ ਵਿੱਚ ਆ ਜਾਂਦੇ ਹੋ When you come in your will, ਤੇ ਯਾਦ ਰੱਖੋ ਤੁਸੀਂ ਪਰਮੇਸ਼ਵਰ ਦੀ ਇੱਛਾ ਤੋਂ ਬਾਹਰ ਹੋ ਜਾਂਦੇ ਹੋ remember you are out of the will of God. ਕਹਿੰਦਾ ਜੋ ਆਦ ਤੋਂ ਅੰਤ ਤੱਕ ਵਿਸ਼ਵਾਸ ਦੇ ਉੱਤੇ ਆਧਾਰਿਤ ਹੈ Which is, he says, from beginning to end, it's the foundation. ਜੋ ਸ਼ੁਰੂ ਤੋਂ ਲੈ ਕੇ
ਅੰਤ ਤੱਕ। And from beginning till end, he ਇਹਦਾ says. ਮਤਲਬ ਪਰਮੇਸ਼ਰ ਦਾ ਵਚਨ ਇੱਥੇ ਸਾਨੂੰ ਇਹ ਦੱਸਦਾ ਜੋ ਸ਼ੁਰੂ ਹੋਇਆ ਆ ਉਸ ਦਾ ਅੰਤ ਵੀ ਹੋਵੇਗਾ। And the word of God says that the things that have begun will have an end. ਕਹਿੰਦਾ ਜਿਹੜਾ ਸ਼ੁਰੂ ਤੋਂ ਸੀਗਾ, He says the one that was from beginning. ਕਹਿੰਦਾ ਉਹ ਪਵਿੱਤਰ ਬਾਈਬਲ ਕਹਿੰਦਾ ਇਦਾਂ ਸਾਨੂੰ ਦੱਸਦਾ ਹੈ ਅੱਜ। And then the Bible, Holy Bible says us ਜਿਹੜਾ ਵਿਸ਼ਵਾਸ ਦੇ ਦੁਆਰਾ ਪਰਮੇਸ਼ਰ ਸਾਹਮਣੇ ਉਚਿਤ ਠਹਿਰਾਉਂਦਾ ਹੈ। that the by faith which was seen as the greatest in princes of God. ਲਿਖਿਆ ਉਹ ਜੀਵਨ ਦਾ ਦਾਨ ਪਾਵੇਗਾ। It is written, he shall have the reward of life. ਅੱਜ ਬਹੁਤ ਸਾਰੇ ਸੋਚਦੇ ਹੋਣਗੇ ਮੈਂ ਜੀਵਨ ਦਾ ਦਾਨ ਪਾਇਆ ਤਾਂ ਹੀ ਕੁਰਸੀ ਤੇ ਆ ਕੇ ਬੈਠਾ ਹਾਂ। Many might be thinking, I have the reward of life, that's why I'm sitting. ਪਰ ਉਹ ਇਸ ਜੀਵਨ ਦੀ ਅੱਜ ਗੱਲ ਨਹੀਂ ਕਰ ਰਿਹਾ। He's not talking about this life. ਉਹ ਇਸ ਜੀਵਨ ਤੋਂ ਬਾਅਦ ਇੱਕ ਜੀਵਨ ਹੈ ਉਸ ਦੀ ਗੱਲ ਕਰ ਰਿਹਾ ਹੈ। He's talking about the life that we have after this life. ਸੋ ਰੋਮੀਆਂ ਅਸੀਂ 1:17 ਦੇ ਵਿੱਚ ਇਸ ਤਰ੍ਹਾਂ ਸਿੱਖਿਆ ਹੈ। We have learned and just from the Romans 1:17. ਅਸੀਂ ਇਬਰਾਨੀਆਂ 10 ਦੀ 38 ਆਇਤ ਨੂੰ ਜਾ ਕੇ ਦੇਖਦੇ ਹਾਂ। We will be going into Hebrews 10 verse 38. ਕਹਿੰਦਾ ਹਾਂ ਮੇਰਾ ਧਰਮੀ ਬੰਦਾ, That's, he says, yes, my righteous man. ਕਹਿੰਦਾ ਮੇਰਾ ਧਰਮੀ ਬੰਦਾ ਵਿਸ਼ਵਾਸ ਦੁਆਰਾ ਜਿਉਂਦਾ ਰਹੇਗਾ। Yes, my righteous man shall live by faith. ਪਰ ਕਹਿੰਦਾ ਜੇ ਉਹ ਪਿੱਛੇ ਹਟ ਜਾਵੇ He says, if he backslides, ਤਾਂ ਕਹਿੰਦਾ ਮੈਂ ਜਿਹੜਾ ਉਸ ਤੋਂ ਖੁਸ਼ ਨਹੀਂ ਹੋਵਾਂਗਾ। then my man shall not be happy with ਅੱਜ him. ਬਹੁਤ ਸਾਰੇ ਧਰਮੀ ਆ ਜਿਹੜੇ ਆਪਣੀ ਇੱਛਾ ਦਾ ਕਰਕੇ ਪਰਮੇਸ਼ਵਰ ਤੋਂ ਪਿੱਛੇ ਹੋ ਗਏ ਹਨ। And there are many righteous who because of their will have turned away from God. ਹਾਂਜੀ ਕੀ ਕਹਿੰਦਾ ਪਰਮੇਸ਼ਵਰ ਦਾ ਵਚਨ? What does the word of God say? ਕਹਿੰਦਾ ਉਹ ਜਿਹੜਾ ਧਰਮੀ ਬੰਦਾ ਆ ਉਹ ਜਿਹੜਾ ਪਰਮੇਸ਼ਵਰ ਦੀ ਇੱਛਾ ਦੇ ਨਾਲ ਚੱਲਦਾ ਹੈ। And he says, my righteous people who go as per the will of God. ਪਰ ਵੈਰੀ ਨੇ ਉਸ ਨੂੰ ਕੋਸ਼ਿਸ਼ ਕਰਨੀ ਉਸ ਨੂੰ ਰੋਕ ਦੇਵੇ। And the enemy wants that he wants to stop him. ਕਹਿੰਦਾ ਕੀ ਕਹਿੰਦਾ ਹੈ? What he says over ਕਹਿੰਦਾ here. ਹਾਂ ਮੇਰਾ ਧਰਮੀ ਜਨ, He says, yes, my righteous man ਕਹਿੰਦਾ ਵਿਸ਼ਵਾਸ ਦੁਆਰਾ ਜਿਉਂਦਾ ਰਹੇਗਾ। shall live by faith. ਮੈਂ ਪਹਿਲਾਂ ਕੀ ਕਿਹਾ ਸੀ? What did I say earlier? ਜਿਹੜਾ ਟੌਪਿਕ ਸੀ ਉਹ ਇਹੀ ਸੀ ਆਪਣੇ ਵਿਸ਼ਵਾਸ ਨੂੰ ਕਦੇ ਵੀ ਖਤਮ ਨਾ ਹੋਣ ਦਿਓ। And the topic was, do not let your faith finish. ਤੁਸੀਂ ਕਿਸੇ ਵੀ ਹਾਲਾਤਾਂ ਵਿੱਚ ਚਲੇ ਜਾਓ ਪਰ ਆਪਣਾ ਵਿਸ਼ਵਾਸ ਖਤਮ ਨਾ ਹੋਣ ਦਿਓ। Any circumstances you may go in, but do not let your faith drag. ਕਹਿੰਦਾ ਜੇ ਉਹ ਪਿੱਛੇ ਹੋ ਜਵੇ ਜਿਹੜਾ ਮੇਰਾ ਦਿਲ ਆ ਮੇਰਾ ਮਨ ਆ ਉਹ ਤੋਂ ਪ੍ਰਸੰਨ ਨਹੀਂ ਹੋਊਗਾ। And then he says, if he turns back, my mind won't be happy with him. ਪਰ ਪਰਮੇਸ਼ਰ ਦਾ ਵਚਨ ਇਹ ਕਹਿੰਦਾ ਜਿਨ੍ਹਾਂ ਨੂੰ ਮੈਂ ਚੁਣਿਆ ਹਾਂ ਜਾਂ ਜਿਹੜੇ ਪਰਮੇਸ਼ਰ ਦੀ ਆਵਾਜ਼ ਸੁਣਦੇ ਹਨ। And the word of God says, the ones I have chosen are those who listen to the voice of God. ਕਹਿੰਦਾ ਅਸੀਂ ਪਿੱਛੇ ਹਟਣ ਵਾਲੇ ਨਹੀਂ ਆ। He says we are not the ones who will turn back, ਅਤੇ ਪਰ ਜਿਹੜੇ ਪਿੱਛੇ ਹਟ ਗਏ ਹਨ, but the ones who have turned ਜਿਹੜੇ back, ਪਿੱਛੇ ਹਟ ਰਹੇ ਹਨ, those who are turning ਉਹਨਾਂ back, ਤੋਂ ਵੀ ਪਰਮੇਸ਼ਰ ਦਾ ਮਨ ਖੁਸ਼ ਨਹੀਂਗਾ। from them also God's mind is not ਉਹ pleased. ਕਿਉਂ ਪਿੱਛੇ ਹਟ ਰਹੇ ਹਨ? Why are they turning away? ਕਿਉਂਕਿ ਉਹ ਕਿਤੇ ਨਾ ਕਿਤੇ ਉਹਨਾਂ ਦੇ ਜੀਵਨ ਅੰਦਰ ਉਹਨਾਂ ਦੀ ਆਪਣੀ ਇੱਛਾ ਪ੍ਰਗਟ ਹੋ ਚੁੱਕੀ ਹੈ। Somewhere in their life their own will has erupted. ਕਹਿੰਦਾ ਜਿਹੜੇ ਪਿੱਛੇ ਹਟਣ ਵਾਲੇ ਹਨ He says the ones who are turning back, ਉਹ ਪਰਮੇਸ਼ਵਰ ਦੀ ਇੱਛਾ ਦੇ ਨਾਲ ਨਹੀਂ ਜਾਂਦੇ। they don't go as per the will of God. ਅਤੇ ਜਿਹੜੇ ਪਰਮੇਸ਼ਵਰ ਦੀ ਇੱਛਾ ਨਾਲ ਜਾਂਦੇ ਹਨ And the ones who go as per the will of God, ਉਹਨਾਂ ਦਾ ਸਿੱਧਾ ਮਤਲਬ ਹੈ ਕਿ ਉਹ ਪਰਮੇਸ਼ਵਰ ਦੀ ਇੱਛਾ ਨਾਲ ਜਾਂਦੇ ਹਨ। that straightly means ਉਹ ਅੱਗੇ ਜਾਂਦੇ ਹਨ। they go forward. ਅਸੀਂ ਜਿੰਨੇ ਵੀ ਇੱਥੇ ਬੈਠੇ ਹਾਂ ਵਿਸ਼ਵਾਸ ਦੇ ਨਾਲ ਜੀਣ ਵਾਲੇ ਹਾਂ। All sitting over here shall live by faith. ਮੈਂ ਅੱਜ ਭਰੋਸਾ ਕਰਦਾ ਕਿ ਪਰਮੇਸ਼ਵਰ ਨੇ ਤੁਹਾਨੂੰ ਇਸ ਵਚਨ ਦੇ ਰਾਹੀਂ ਆਸ਼ੀਸ਼ ਦਿੱਤੀ ਹੈ। And I hope today's word has blessed you greatly. ਪਰ ਮੈਂ ਅਗਲੇ ਹਫਤੇ ਇਸ ਦਾ ਅਗਲਾ ਹਿੱਸਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗਾ। And I will be bringing up again the second part of this same ਜਿੰਨੇ session. ਵੀ ਆਨਲਾਈਨ ਭੈਣਾਂ ਭਰਾ ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਸਾਨੂੰ ਦੇਖ ਰਹੇ ਹਨ ਜਾਂ ਬਾਅਦ ਵਿੱਚ ਦੇਖਣਗੇ, ਅਸੀਂ ਤੁਹਾਡੇ ਲਈ ਵੱਡੀ ਆਸ਼ੀਸ਼ ਪਰਮੇਸ਼ਵਰ ਦੇ ਕੋਲੋਂ ਮੰਗਦੇ ਹਾਂ। All looking online from the abroad, we ask God's blessings upon your life. ਅਤੇ ਅਸੀਂ ਇਹ ਯਕੀਨ ਰੱਖਦੇ ਹਾਂ ਕਿ ਤੁਸੀਂ ਪਰਮੇਸ਼ਵਰ ਦੇ ਉੱਤੇ ਪੂਰਨ ਭਰੋਸਾ ਰੱਖੋਗੇ ਤੇ ਉਹਦੀ ਇੱਛਾ ਵਿੱਚ ਚੱਲੋਗੇ। And this is a faith that you shall know and walk on the way of God in all ways. ਇੱਕ ਆਖਰੀ ਐਲਾਨ ਹੈ ਕਿ ਜਿਹੜੇ ਉਹਦੀ ਇੱਛਾ ਦੇ ਵਿੱਚ ਰਹਿਣਗੇ, And a last announcement, all those who will stay in His will. ਉਹ ਜਿਹੜਾ ਆਉਣ ਵਾਲਾ ਹੈ, And the one who is to come, ਜਿਹੜਾ ਚਿਰ ਨਹੀਂ ਲਾਊਗਾ, who won't delay, ਅਤੇ ਉਹਦਾ ਨਾਮ ਯਿਸੂ ਮਸੀਹ ਹੈ, and His name is Jesus ਤਾਂ ਹੀ Christ. ਤੁਸੀਂ ਉਹਦੇ ਨਾਲ ਵਾਪਸ ਜਾ ਸਕੋਗੇ। Then only you can just return ਫੈਸਲਾ back. ਤੁਹਾਡੇ ਹੱਥ ਵਿੱਚ ਹੈ। And the thing depends on ਤੁਸੀਂ ਉਸ you. ਦੇ ਨਾਲ ਜਾਣਾ ਜਾਂ ਇੱਥੇ ਰਹਿਣਾ। You want to go or you want to stay back? ਜਿਹੜੇ ਇੱਥੇ ਰਹਿਣਗੇ ਤੇ ਬਹੁਤ ਵੱਡਾ ਸੰਤਾਪ ਭੋਗਣਗੇ, Those who shall stay back shall be persecuted. ਪਰ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸਾਡੇ ਲਈ ਭੇਜਿਆ ਹੈ। But God has sent forth His Son. ਉਸਨੇ for ਕਿਹਾ us. ਦੇਖੋ ਮੈਂ ਦੁਬਾਰਾ ਆਉਂਦਾ ਹਾਂ He says, see, I'm coming ਅਤੇ back. ਆਪਣੀ ਦੁਲਹਨ ਨੂੰ ਨਾਲ ਲੈ ਜਾਵਾਂਗਾ। And I shall take my bride ਉਹ back. ਜਿਹੜੀ ਦੁਲਹਨ ਹੈ ਆਪਣੇ ਦੁਲਹੇ ਦੀ ਇੱਛਾ ਨੂੰ ਪੂਰਾ ਕਰਦੀ ਹੈ। The bride that fulfills the will of his bride.
bridegroom. ਅਤੇ ਦੁਲਹਾ ਉਸ ਦੇ ਨਾਲ ਪਿਆਰ ਕਰਦਾ ਹੈ। And the bridegroom loves the ਜੇ bride. ਤੂੰ ਅੱਜ ਉਹ ਦੁਲਹਨ ਹੈ If you are the bride ਜਿਹੜੀ ਆਪਣੇ ਦੁਲਹੇ ਨਾਲ ਪਿਆਰ ਨਹੀਂ ਕਰਦੀ, who doesn't love his ਜਿਹੜੀ bridegroom, ਆਪਣੀ ਇੱਛਾ ਨਾਲ ਪਿਆਰ ਕਰਨ ਵਾਲੀ ਹੈ, who loves his own very ਜਿਹੜੀ world ਦੁਨੀਆ ਨਾਲ ਪਿਆਰ ਕਰਨ ਵਾਲੀ ਹੈ, and loving only the world, ਉਹ ਪਰਮੇਸ਼ਵਰ ਦੇ ਉਸ ਪੁੱਤਰ ਦੇ ਨਾਲ ਅਤੇ ਲਾੜੇ ਦੇ ਨਾਲ ਨਹੀਂ ਜਾਵੇਗੀ। won't go with the Son of God who is the bridegroom. ਅਤੇ ਜੇ ਤੁਸੀਂ ਉਸ ਲਾੜੇ ਦੇ ਨਾਲ ਜਾਣਾ ਹੈ, If you ought to go with that bridegroom, ਤੁਹਾਨੂੰ ਆਪਣੀ ਇੱਛਾ ਛੱਡਣੀ ਪਵੇਗੀ। you ought to leave aside ਆਪਣੇ your ਆਪ ਨੂੰ will. ਜਿਉਂਦੇ ਜੀ ਉਹਨਾਂ ਇੱਛਾਵਾਂ ਤੋਂ ਮਾਰਨਾ ਪਵੇਗਾ। You ought to kill yourself from that living wills. ਕੀ ਪਰਮੇਸ਼ਰ ਤੁਹਾਡੇ ਉਹਨਾਂ ਗੁੱਜੇ ਭੇਤਾਂ ਨੂੰ ਨਹੀਂ ਜਾਣਦਾ? Doesn't God know those hidden ਕੀ mysteries? ਪਰਮੇਸ਼ਰ ਤੁਹਾਡੇ ਉਹਨਾਂ ਗੁੱਜੇ ਪਾਪਾਂ ਨੂੰ ਨਹੀਂ ਜਾਣਦਾ? Doesn't God know those hidden sins of ਕੀ yours? ਪਰਮੇਸ਼ਰ ਤੁਹਾਨੂੰ ਉਹ ਨਹੀਂ ਦਿਖਾਲੇਗਾ? Doesn't God show you? ਕੀ ਤੁਸੀਂ ਪਰਮੇਸ਼ਰ ਨੂੰ ਜਵਾਬ ਦੇ ਨਹੀਂ ਹੋਵੋਗੇ? Won't you be answerable to God? ਸਮਾਂ ਭੈੜਾ ਆ ਗਿਆ ਹੈ, The time that is bad has come. ਪਰ ਉਸਨੇ ਕਿਹਾ ਹਜੇ ਅੰਤ ਨਹੀਂ ਆਇਆ। He says the time end is not yet. ਸਮਾਂ ਮਾੜਾ ਆ ਗਿਆ ਹੈ, The time that is hard is ਪਰ yet. ਅੰਤ ਨਹੀਂ ਆਇਆ। But end is not near. ਇਸ ਦਾ ਮਤਲਬ ਕੀ ਹੈ? What does that mean? ਇਹ ਸਾਈਨ ਸਾਨੂੰ ਕਿੱਥੇ ਭੇਜਦਾ ਹੈ? What does this sign send ਇਹ us? ਸਾਨੂੰ ਕਿਹੜੀ ਡਾਇਰੈਕਸ਼ਨ ਵਾਲਾ ਭੇਜਦਾ ਹੈ? Which direction is this flow for ਕਹਿੰਦਾ us? ਅੰਤ ਦੇ ਸਮੇਂ ਵਿੱਚ ਜਿਹੜਾ ਆ ਉਹ ਬਹੁਤ ਭੈੜੇ ਸਮੇਂ ਆ ਜਾਣਗੇ। He says in the end times, bad times shall come. ਤੁਸੀਂ ਇਸ ਗੱਲ ਦਾ ਧਿਆਨ ਕਰੋ, ਅਸੀਂ ਆਖਰੀ ਸਮੇਂ ਵਿੱਚ ਚੱਲ ਰਹੇ ਹਾਂ। Ponder upon the times we are in the end times. ਰੈਪਚਰ ਕੱਲ ਵੀ ਹੋ ਸਕਦਾ ਤੇ ਅੱਜ ਵੀ ਹੋ ਸਕਦਾ ਹੈ। Rapture can be today, even tomorrow. ਕਿਸੇ ਵੇਲੇ ਵੀ ਰੈਪਚਰ ਹੋ ਸਕਦਾ ਹੈ। Can be at any time. ਤਾਂ ਟੈਲੀਵਿਜ਼ਨ ਤੇ ਨਿਊਜ਼ ਤੇ ਥਾਂ ਤੇ ਖਬਰਾਂ ਆਉਣਗੀਆਂ, ਇੰਨੇ ਬੰਦੇ ਲਾਪਤਾ ਹੋ ਚੁੱਕੇ ਹਨ। And you shall hear from the news in the televisions, all these were ਪਿੰਡਾਂ ਵਿੱਚ ਰੌਲਾ ਪਾਏਗਾ, ਸਾਡੇ ਪਿੰਡੋਂ ਇੰਨੇ ਲਾਪਤਾ ਹੋ ਗਏ ਹਨ। From villages it shall be a news. ਸ਼ਹਿਰਾਂ ਵਿੱਚ ਰੌਲਾ ਪਾਏਗਾ, ਇੰਨੇ ਲਾਪਤਾ ਹੋ ਗਏ And ਹਨ। from the cities there shall be a news. ਜ਼ਿਲ੍ਹਿਆਂ ਵਿੱਚ ਰੌਲਾ ਪਾਏਗਾ, ਲਾਪਤਾ ਹੋ ਗਏ And ਹਨ। from districts there shall be a ਸਟੇਟਾਂ ਵਿੱਚ news. ਰੌਲਾ ਪਾਏਗਾ, ਇੰਨੇ ਬੰਦੇ ਮੇਰੇ ਲਾਪਤਾ ਹੋ ਗਏ ਹਨ। And in the states there shall be a news. ਦੁਨੀਆ ਦੇ ਹਰ ਦੇਸ਼ ਵਿੱਚ ਰੌਲਾ ਪਾਵੇਗਾ, ਇੰਨੇ ਬੰਦੇ ਲਾਪਤਾ ਹੋ In ਗਏ all ਹਨ। the country of the world, many are lost shall be the ਪਰ news. ਸੱਚੀ ਗੱਲ ਇਹ ਹੋਣੀ, ਉਹਨਾਂ ਨੇ ਆਪਣੇ ਦੁੱਲੇ ਨਾਲ ਅੱਖ ਦੀ ਝਮਕ ਦੇ ਨਾਲ ਚਲੇ ਜਾਣਾ ਹੈ। But the truth shall be with a blink of an eye they shall return to ਇਸ ਲਈ the ਸਾਨੂੰ ਆਪਣੀ ਇੱਛਾ ਤੋਂ ਬਾਹਰ ਆਉਣਾ ਪਵੇਗਾ। That's why we ought to come out of our will. ਸਾਨੂੰ ਆਪਣੀ ਇੱਛਾ ਦੇ ਨਾਲ ਨਹੀਂ, We're not with our will. ਸਿਰਫ ਪਰਮੇਸ਼ਰ ਦੀ ਇੱਛਾ ਦੇ ਨਾਲ ਜਾਣਾ ਹੈ। Only with the will of God we ਉਸਦੇ ought to go. ਵਚਨ ਦੀ ਇੱਛਾ ਦੇ ਨਾਲ ਜਾਣਾ ਹੈ। With the will of His word. ਉਸਦੇ ਵਚਨ ਦੀ ਇੱਛਾ ਦੇ ਨਾਲ ਅਸੀਂ ਤਾਂ ਹੀ ਜਾਵਾਂਗੇ With the will of His word we shall only ਜੇ go. ਅਸੀਂ ਉਸਦੇ ਵਚਨ ਨੂੰ ਪੜਾਂਗੇ, If we read His word, ਉਸਦੇ ਵਚਨ ਤੇ ਮਨਨ ਕਰਾਂਗੇ। meditate upon His ਕਹਿੰਦਾ ਜੇ word. ਮੇਰਾ ਬੰਦਾ, If He says, if my ਉਸਦਾ man, ਬੰਦਾ ਕਿਹੜਾ ਹੈ? who is His man? ਜਿਹੜਾ ਪਾਪ ਕਰਦਾ ਹੈ? The one who sins? ਨਹੀਂ। No. ਜਿਹੜਾ ਪਿੱਛੇ ਮੁੜ ਗਿਆ ਹੈ? Who backslides? ਨਹੀਂ। No. ਜਿਹੜਾ ਠੰਡਾ ਹੋ ਗਿਆ ਹੈ? The who gets cold? ਨਹੀਂ। No. ਜਿਹੜਾ ਡਰਦਾ ਹੈ? Who is fearful? ਨਹੀਂ। No. ਉਸਨੇ ਕਿਹਾ ਡਰਾਕਣਾ ਤੇ ਬੇਪ੍ਰਤੀਤਿਆਂ ਦਾ ਹਿੱਸਾ ਉਸ ਅੱਗ ਦੀ ਗੰਧਕ ਦੀ ਝੀਲ ਵਿੱਚ ਹੋਵੇਗਾ। All unbelievers and fearful shall be the part in the lake of fire. ਤੁਸੀਂ ਕਿੱਥੇ ਖੜੇ ਹੋ ਅੱਜ? Where are you standing now? ਤੁਹਾਨੂੰ ਕਿੱਥੇ ਖੜੇ ਹੋਣਾ ਚਾਹੀਦਾ ਹੈ? Where you ought to stand. ਪਰਮੇਸ਼ਰ ਦੇ ਸਾਹਮਣੇ ਤੁਸੀਂ ਕਿੱਦਾਂ ਖੜੇ ਹੋਣਾ ਹੈ? In presence of God, how will be you standing? ਉਸਨੇ ਕਿਹਾ ਆਪਣੀ ਇੱਛਾ ਦੇ ਨਾਲ ਨਹੀਂ, He says not with your ਪਰ will, ਮੇਰੀ ਇੱਛਾ ਦੇ ਨਾਲ ਜੀਵੋ, but live with my will. ਕਿਉਂਕਿ ਮੈਂ ਤੁਹਾਡਾ ਦੁਲਹਾ ਹਾਂ। For I am your bride. ਤੁਸੀਂ ਮੇਰੀ ਦੁਲਹਨ ਹੋ। You are my bride. ਇੱਕ ਦੁਲਹਨ ਨੂੰ ਆਪਣੇ ਦੁਲਹੇ ਦੇ ਮੁਤਾਬਕ ਜੀਣਾ ਪੈਂਦਾ And a ਹੈ, bride lives as the bridegroom wants. ਨਹੀਂ ਤਾਂ ਉਹਨਾਂ ਦਾ ਬ੍ਰੇਕਅਪ ਹੋ ਜਾਂਦਾ ਹੈ। Then there is a ਅੱਜ partition. ਬਹੁਤ ਸਾਰੇ ਮਸੀਹੀ ਹਨ, There are many believers, ਬਹੁਤ and ਸਾਰੇ Christians, ਵਿਸ਼ਵਾਸੀ ਹਨ many faithful ਜਿਹੜੇ ones. ਕਹਿੰਦੇ ਹਨ Those who say, ਅਸੀਂ ਦੁਲਹਨ ਹਾਂ, we are ਪਰ bride, ਆਪਣੇ ਦੁਲਹੇ ਦੀ ਕੋਈ ਗੱਲ ਨਹੀਂ ਮੰਨ ਰਹੇ। doesn't just obey the ਤੁਹਾਡਾ ਦੁਲਹਨ bridegroom. ਨਾਰਾਜ਼ ਹੈ ਤੁਹਾਡੇ ਤੋਂ। Your bridegroom is very much ਕੀ ਫਾਇਦਾ ਹੋਵੇਗਾ what shall be the ਬਪਤਿਸਮਾ ਲੈਣ ਦਾ? to baptize? ਕੀ ਫਾਇਦਾ ਹੋਵੇਗੀ ਗੈਰ ਭਾਸ਼ਾ ਬੋਲਣ ਦਾ? What is the use of straight praying in ਕੀ strange ਫਾਇਦਾ tongues? ਹੋਵੇਗਾ ਤੌਬਾ ਕਰਨ ਦਾ? What is the use ਕੀ of ਫਾਇਦਾ ਹੋਵੇਗਾ repenting? ਬਾਈਬਲ ਪੜ੍ਹਨ ਦਾ? What is the use of reading ਜੇ the word? ਤੁਸੀਂ ਆਪਣੇ ਦੁਲਹੇ ਦੇ ਨਾਲ ਨਾ ਜਾ ਸਕੇ, If you are unable to go with your bridegroom, ਅਫਸੋਸ ਹੋਵੇਗਾ, there shall be a sorrow. ਦੂਸਰਿਆਂ ਨਾਲੋਂ ਵੱਡਾ ਅਫਸੋਸ ਹੋਵੇਗਾ Or from others it shall be a more ਵੀ sorrowful ਅਸੀਂ figure ਆਪਣੇ ਦੁਲਹੇ ਨਾਲ ਨਹੀਂ ਜਾ ਸਕੇ। that we are unable to go with our bridegroom. ਇਸ ਕਰਕੇ ਤਿਆਰ ਰਹੋ। So be ready. ਪ੍ਰਭੂ ਤੁਹਾਨੂੰ ਬਰਕਤ ਦੇ। May God bless you. ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 01822 516 777। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ।